ਮੰਗਲ ਸਾਜ ਪਇਆ। ਪ੍ਰਭ ਆਪਣਾ ਗਾਇਆ ਰਾਮ। ਅਬਿਨਾਸੀ ਵਰ ਸੁਣਿਆ। ਮਨ ਉਪਜਿਆ ਚਾਇਆ ਰਾਮ। ਮਨ ਪ੍ਰੀਤ ਲਾਗੈ ਵੱਡੈ ਭਾਗੈ। ਕਬ ਮਿਲਿਐ ਪੂਰਨ ਪਤੇ। ਸਹਜੇ ਸਮਾਈਐ ਗੋਵਿੰਦ ਪਾਈਐ। ਦੇਹੋ ਸਖੀਏ ਮੋਹੇ ਮਤੇ। ਦਿਨ ਰੈਣ ਠਾਡੀ ਕਰੋ ਸੇਵਾ। ਪ੍ਰਭ ਕਵਨ ਜੁਗਤੀ ਪਾਇਆ। ਬਿਨਵੰਤ ਨਾਨਕ ਕਰੋ ਕਿਰਪਾ। ਲੈਹੋ ਮੋਹੇ ਲੜ ਲਾਇਆ। ਭਇਆ ਸਮਾੜਾ ਹਰ ਰਤਨ ਵਿਸਾਰਾਮ। ਖੋਜੀ ਖੋਜ ਲੱਧਾ ਹਰ ਸੰਤਨ ਪਾਹਾ ਰਾਮ। ਮਿਲੇ ਸੰਤ ਪਿਆਰੇ ਦਇਆ ਧਾਰੇ। ਕਥ ਅਕਥ ਵਿਚਾਰੋ। ਇਕ ਚਿਤ ਇਕ ਮਨ ਧਿਆਏ ਸੁਆਮੀ। ਲਾਏ ਪ੍ਰੀਤ ਪਿਆਰੋ। ਕਰ ਜੋੜ ਪ੍ਰਭ ਪਹਿ ਕਰ ਬੇਨੰਤੀ। ਮਿਲੈ ਹਰ ਜਸ ਲਾਹਾ। ਬਿਨਵੰਤ ਨਾਨਕ ਦਾਸ ਤੇਰਾ। ਮੇਰਾ ਪ੍ਰਭ ਅਗਮ ਅਥਾਹ। ਸਾਹਾ ਅਟਲ ਗਣਿਆ। ਪੂਰਨ ਸੰਜੋਗੋ ਰਾਮ। ਸੁਖ ਹੈ ਸਮੂਹ ਭਇਆ। ਗਿਆ ਵਿਜੋਗੋ ਰਾਮ। ਮਿਲ ਸੰਤ ਆਏ ਪ੍ਰਭ ਧਿਆਏ। ਬਣੇ ਅਚਰਜ ਜਾਨੀਆ। ਮਿਲ ਇਕੱਤਰ ਹੋਏ ਸਹਿਜ ਢੋਏ। ਮਨ ਪ੍ਰੀਤ ਉਪਜੀ ਮਾਨੀਆ। ਮਿਲ ਜੋਤ ਜੋਤੀ ਓਤ ਪੋਤੀ। ਹਰ ਨਾਮ ਸਭ ਰਸ ਭੋਗੋ। ਬਿਨਵੰਤ ਨਾਨਕ ਸਭ ਸੰਤ ਮੇਲੀ। ਪ੍ਰਭ ਕਰਨ ਕਾਰਣ ਜੋਗੋ। ਭਵਨ ਸੁਹਾਵੜਾ ਧਰਤ ਸੁਭਾਗੀ ਰਾਮ। ਪ੍ਰਭ ਘਰ ਆਇੜਾ ਗੁਰ ਚਰਣੀ ਲਾਗੀ ਰਾਮ। ਗੁਰ ਚਰਨ ਲਾਗੀ ਸਹਿਜ ਜਾਗੀ। ਸਗਲ ਇੱਛਾ ਪੁੰਨੀਆ। ਮੇਰੀ ਆਸ ਪੂਰੀ ਸੰਤ ਤੂਰੀ। ਹਰ ਮਿਲੇ ਕੰਤ ਵਿਸ਼ੁੰਨਿਆ। ਆਨੰਦ ਅਨੰਦਿਨ ਵਜੈ ਵਾਜੇ। ਅਹੰ ਮਤ ਮਨ ਕੀ ਤਿਆਗੀ। ਬਿਨਵੰਤ ਨਾਨਕ
ਸਾਰਣ ਸੁਆਮੀ ਸੰਤ ਸੰਗ ਲਿਵ ਲਾਗੀ। ਆਨੰਦ ਅਨ ਦਿਨ ਵਜੈ ਵਾਜੇ ਅਹੰ ਮਤ ਮਨ ਕੀ ਤਿਆਗੀ। ਬਿਨਵੰਤ ਨਾਨਕ ਸਰਣ ਸੁਆਮੀ ਸੰਤ ਸੰਗ ਲਿਵ ਲਾਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਪ ਪਰਵਰਦਗਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਚਵਰ ਛਤਰ ਤਖਤ ਦੇ ਮਾਲਕ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਅੰਮ੍ਰਿਤ ਵੇਲੇ ਤੋਂ ਜੁੜ ਬੈਠੀ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹੋ ਕਿ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਨਤਮਸਤਕ ਹੋ ਕੇ ਆਪ ਜੀ ਨੇ ਸਰਬਾਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕੀਤੇ ਹਨ। ਗੁਰਦੇਵ ਨੇ ਅੰਮ੍ਰਿਤ ਵੇਲੇ ਰਾਗ ਬਿਲਾਵਲ ਚੋਂ ਪਾਵਨ ਛੰਤ ਹੁਕਮਨਾਮੇ ਦੇ ਰੂਪ ਵਿੱਚ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੇ ਹਨ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹਿ ਆਇਓ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ ਸ਼ੰਤ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਬਿਲਾਵਲ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਗਏ ਪਾਵਨ ਛੰਤ ਹਨ। ਮੰਗਲਾਚਰਨ ਕਰਦੇ ਨੇ ਅਕਾਲ ਪੁਰਖ ਇੱਕ ਅਦੁੱਤੀ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਉਸ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾਚਰਨ ਕਰਕੇ ਮਹਾਰਾਜ ਜੀ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ ਰਾਮ। ਪਾਤਸ਼ਾਹ ਕਹਿੰਦੇ ਜਦੋਂ ਅਸੀਂ ਆਪਣੇ ਪ੍ਰਭੂ ਨੂੰ ਗਾਵਿਆ ਆਪਣੇ ਪ੍ਰਭੂ ਦੀਆਂ ਸਿਫਤਾਂ ਕੀਤੀਆਂ ਆਪਣੇ ਪ੍ਰਭੂ ਮਾਲਕ ਦੀ ਵਡਿਆਈ ਗਾਈ ਉਹਦੀ ਸਾਧਨਾ ਕੀਤੀ ਉਸ ਨੂੰ ਧਿਆਉਣਾ ਕੀਤਾ ਆਰਾਧਨਾ ਕੀਤਾ ਗਾਵਣਾ ਕੀਤਾ ਉਸੇ ਦਿਨ ਤੋਂ ਸਾਡੇ ਅੰਦਰ ਖੁਸ਼ੀਆਂ ਦਾ ਸਾਜ਼ ਬਣ ਗਿਆ। ਮੰਗਲ ਦਾ ਮਤਲਬ ਹੁੰਦਾ ਖੁਸ਼ੀਆਂ ਖੇੜਾ ਆਨੰਦ। ਉਸੇ ਦਿਨ ਹੀ ਆਨੰਦ ਦਾ ਸਾਜ਼ ਪਿਆ ਦਾ ਮਤਲਬ ਹੁੰਦਾ ਵੀ ਆਰੰਭਤਾ ਹੋ ਗਈ। ਅਕਸਰ ਕਹਿ ਦਿੰਦੇ ਆ ਵੀ ਹੁਣ ਤੁਸੀਂ ਆਵੋਗੇ ਪਰਮੇਸ਼ਰ ਨੂੰ ਹੁਣ ਤੁਸੀਂ ਧਿਆਵੋਗੇ ਇਹਦਾ ਫਲ ਤੁਹਾਨੂੰ ਅੱਗੇ ਜਾ ਕੇ ਪ੍ਰਾਪਤ ਹੋਵੇਗਾ। ਪਰ ਪਾਤਸ਼ਾਹ ਕਹਿੰਦੇ ਜਦੋਂ ਗਾਵੋਗੇ ਉਦੋਂ ਹੀ ਆਨੰਦ ਬਣ ਜਾਏਗਾ। ਉਦੋਂ ਹੀ ਉਸੇ ਵਕਤ ਹੀ ਉਸੇ ਸਮੇਂ ਹੀ ਆਨੰਦ ਦੀ ਆਰੰਭਤਾ ਹੋ ਜਾਏਗੀ। ਇਹ ਬੰਦੇ ਨੂੰ ਭੁਲੇਖਾ ਹੈ।
ਭਰਮ ਹੈ ਵੀ ਅੱਜ ਜਪਾਂਗੇ ਤੇ ਉਹਦਾ ਫਲ ਜਾ ਕੇ ਅੱਗੇ ਮਿਲੇਗਾ। ਜਦੋਂ ਜਪੋਗੇ ਉਹਦਾ ਫਲ ਉਦੋਂ ਹੀ ਪ੍ਰਾਪਤ ਹੋ ਜਾਣਾ। ਜਦੋਂ ਗਾਵੋਗੇ ਉਹਦਾ ਆਨੰਦ ਉਦੋਂ ਹੀ ਬਣ ਜਾਣਾ। ਇਹ ਕਿਵੇਂ ਹੋ ਸਕਦਾ? ਤੁਸੀਂ ਪ੍ਰਸ਼ਾਦਾ ਹੁਣ ਛਕਿਆ, ਰੋਟੀ ਹੁਣ ਖਾਧੀ ਹੈ, ਤੇ ਉਹਦਾ ਲਾਭ, ਭੁੱਖ ਦੀ ਨਿਵਰਤੀ ਤੁਹਾਡੀ ਕੁਝ ਸਮੇਂ ਬਾਅਦ ਜਾਂ 2-4 ਦਿਨਾਂ ਬਾਅਦ ਹੋਵੇਗੀ। ਜਦੋਂ ਭੋਜਨ ਛਕਿਆ ਭੁੱਖ ਉਦੋਂ ਹੀ ਦੂਰ ਹੋ ਗਈ ਨਾ। ਪਰਮੇਸ਼ਰ ਦਾ ਭਜਨ ਜਦੋਂ ਕੀਤਾ ਉਦੋਂ ਹੀ ਆਨੰਦ ਬਣ ਗਿਆ। ਪਰਮੇਸ਼ਰ ਦੇ ਭਜਨ ਦੇ ਵਿੱਚ ਤਾਂ ਗੁਰੂ ਖਾਲਸਾ ਜੀ ਇਤਨੀ ਬਰਕਤ ਹੈ ਕਿ ਭਜਨ ਕਰਕੇ ਤਾਂ ਆਨੰਦ ਬਣਦਾ ਹੀ ਹੈ। ਜੇ ਤੁਸੀਂ ਫੁਰਨਾ ਹੀ ਕਰ ਲਓ ਨਾ ਵੀ ਸਵੇਰੇ ਉੱਠ ਕੇ ਨਿਤਨੇਮ ਕਰਨਾ ਹੈ ਜਾਂ ਸੁਬਾਹ ਅੰਮ੍ਰਿਤ ਵੇਲੇ ਉੱਠ ਕੇ ਭਜਨ ਕਰਨਾ ਹੈ, ਬਾਣੀ ਪੜ੍ਹਨੀ ਹੈ, ਜਦੋਂ ਭਜਨ ਕਰਨਾ ਉਦੋਂ ਤਾਂ ਆਨੰਦ ਬਣਨਾ। ਫੁਰਨੇ ਨੇ ਹੀ ਆਨੰਦ ਬਣਾ ਦੇਣਾ ਹੈ। ਫੁਰਨਾ ਕੀਤੇ ਹੀ ਹਿਰਦੇ 'ਚ ਆਨੰਦ ਬਣ ਜਾਂਦਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਮੰਗਲ ਖੁਸ਼ੀਆਂ ਦਾ ਸਾਜ਼ ਆਰੰਭ ਹੋ ਗਿਆ ਹੈ। ਖੁਸ਼ੀਆਂ ਦੀ ਆਰੰਭਤਾ ਹੋ ਗਈ ਹੈ, ਖੇੜਿਆਂ ਦੀ ਆਰੰਭਤਾ ਹੋ ਗਈ ਹੈ। ਕਦੋਂ? ਜਦੋਂ ਅਸੀਂ ਆਪਣੇ ਪ੍ਰਭੂ ਨੂੰ ਗਾਵਿਆ। ਪ੍ਰਭ ਆਪਣਾ ਗਾਇਆ ਰਾਮ। ਹੇ ਭਾਈ, ਜਦੋਂ ਅਸੀਂ ਆਪਣੇ ਪ੍ਰਭੂ ਨੂੰ ਗਾਇਆ, ਅਕਾਲ ਪੁਰਖ ਪਰਮੇਸ਼ਰ ਦੀ ਸਿਫਤ ਨੂੰ ਗਾਵਿਆ, ਉਸੇ ਵੇਲੇ ਹਿਰਦੇ 'ਚ ਪਰਮ ਆਨੰਦ ਦੀ ਅਵਸਥਾ ਆ ਬਣੀ। ਅਬਿਨਾਸੀ ਵਾਰ ਸੁਣਿਆ, ਮਨ ਉਪਜਿਆ ਚਾਇਆ ਰਾਮ। ਕਹਿੰਦੇ ਵਿਨਾਸ਼ ਤੋਂ ਰਹਿਤ ਆਪਣੇ ਪਤੀ ਪਰਮੇਸ਼ਰ ਦੇ ਬਾਰੇ ਮੈਂ ਸੁਣਿਆ ਕਿ ਮੇਰਾ ਵਾਰ ਪਤੀ ਅਕਾਲ ਪੁਰਖ ਅਬਿਨਾਸੀ ਹੈ, ਉਹਦਾ ਕਦੇ ਵਿਨਾਸ਼ ਨਹੀਂ ਹੁੰਦਾ। ਜਦੋਂ ਇਹ ਸੁਣਿਆ ਕਿ ਪ੍ਰਮਾਤਮਾ ਅਬਿਨਾਸੀ ਹੈ, ਮੇਰਾ ਪਤੀ ਪਰਮੇਸ਼ਵਰ ਅਬਿਨਾਸੀ ਹੈ, ਕਹਿੰਦੇ ਇਹ ਸੁਣਦਿਆਂ ਮੇਰੇ ਮਨ 'ਚ ਚਾਅ ਪੈਦਾ ਹੋ ਗਿਆ। ਮਨ ਉਪਜਿਆ ਚਾਇਆ ਰਾਮ। ਮੇਰੇ ਮਨ 'ਚ ਉਸੇ ਵੇਲੇ ਚਾਅ ਪੈਦਾ ਹੋ ਗਿਆ ਕਿ ਮੇਰਾ ਵਾਹਿਗੁਰੂ ਪਤੀ ਪਰਮੇਸ਼ਰ ਅਬਿਨਾਸੀ ਹੈ, ਵਿਨਾਸ਼ ਤੋਂ ਰਹਿਤ ਹੈ। ਮਨ ਪ੍ਰੀਤ ਲਾਗੈ, ਵੱਡਾ ਭਾਗੈ, ਕਬ ਮਿਲੀਐ ਪੂਰਨ ਪਤੇ। ਵੱਡਿਆਂ ਭਾਗਾਂ ਵਾਲਿਆਂ ਦੇ ਹਿਰਦਿਆਂ ਵਿੱਚ, ਉਹਨਾਂ ਦੇ ਮਨਾਂ ਵਿੱਚ ਪਰਮੇਸ਼ਰ ਦੀ ਪ੍ਰੀਤ ਲੱਗਦੀ। ਜਿਨ੍ਹਾਂ ਦੇ ਭਾਗ ਵੱਡੇ ਹਨ ਉਹਨਾਂ ਨੂੰ ਅੰਮ੍ਰਿਤ ਵੇਲੇ ਦਾ ਦਾਨ ਪ੍ਰਾਪਤ ਹੁੰਦਾ। ਜਿਨ੍ਹਾਂ ਦੇ ਭਾਗ ਵੱਡੇ ਨੇ ਉਹਨਾਂ ਨੂੰ ਸਤਿਗੁਰੂ ਜੀ ਨਿਤਨੇਮ ਦੀ ਦਾਤ ਬਖਸ਼ਦੇ ਨੇ। ਜਿਨ੍ਹਾਂ ਦੇ ਭਾਗ ਵੱਡੇ ਨੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਰਸਦੇ ਨੇ। ਜਿਨ੍ਹਾਂ ਦੇ ਭਾਗ ਵੱਡੇ ਨੇ ਉਹ ਕਥਾ ਸੁਣਦੇ ਆ, ਕੀਰਤਨ ਸੁਣਦੇ ਆ, ਬਾਣੀ ਪੜ੍ਹਦੇ ਆ। ਤੇ ਜਿਨ੍ਹਾਂ ਦੇ ਭਾਗ ਵੱਡੇ ਉਹਨਾਂ ਦੇ ਹਿਰਦਿਆਂ 'ਚ ਪਰਮੇਸ਼ਰ ਦੀ ਪ੍ਰੀਤ ਉਪਜਦੀ ਹੈ, ਨਿਰੰਕਾਰ ਦੀ ਪ੍ਰੀਤ। ਮਨ ਪ੍ਰੀਤ ਲਾਗੈ, ਵੱਡਾ ਭਾਗੈ। ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਦੇ ਮਨਾਂ 'ਚ ਪਰਮੇਸ਼ਰ ਦੀ ਪ੍ਰੀਤ ਲੱਗ ਜਾਂਦੀ। ਤੇ ਜਦੋਂ ਉਹਨਾਂ ਅੰਦਰ ਪ੍ਰੀਤ ਬਣਦੀ ਹੈ ਪਰਮੇਸ਼ਰ ਦੀ, ਤੇ ਉਸ ਪ੍ਰੀਤ ਦੇ ਰੰਗ ਵਿੱਚ ਰੰਗੇ ਹੋਏ ਉਹਨਾਂ ਦੇ ਅੰਦਰ ਇਹ ਅਵਸਥਾ ਬਣਦੀ ਹੈ। ਉਹ ਕਹਿੰਦੇ ਕਬ ਮਿਲੀ ਹੈ ਪੂਰਨ ਪਤੇ। ਹੇ ਪੂਰਨ ਪਤੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜੀ, ਤੁਸੀਂ ਸਾਨੂੰ ਕਦੋਂ ਮਿਲੋਗੇ? ਜਿਨ੍ਹਾਂ ਅੰਦਰ ਪ੍ਰੀਤ ਜਾਗ ਪਈ, ਫਿਰ ਉਹ ਪਰਮੇਸ਼ਰ ਨੂੰ ਮਿਲਣ ਦੀ ਜਗਿਆਸਾ ਰੱਖਦੇ ਨੇ। ਉਹਨਾਂ ਅੰਦਰ ਇਹ ਤਾਂਘ ਬਣ ਜਾਂਦੀ ਹੈ ਕਿ ਹੇ ਪ੍ਰਭੂ ਜੀ ਸਾਨੂੰ ਕਦੋਂ ਮਿਲੋਗੇ? ਹੁਣ ਕਦ ਮਿਲੀਐ ਪ੍ਰਿਯ ਤੁਧ ਭਗਵੰਤਾ। ਹੇ ਭਗਵੰਤ ਜੀ, ਹੇ ਪ੍ਰਭੂ ਜੀ, ਤੁਸੀਂ ਸਾਨੂੰ ਕਦੋਂ ਮਿਲੋਗੇ? ਕਦੋਂ ਤੁਹਾਡੇ ਨਾਲ ਸਾਡਾ ਮੇਲ ਮਿਲਾਪ ਹੋਵੇਗਾ? ਕਬ ਮਿਲੀਐ ਪੂਰਨ ਪਤੇ। ਹੇ ਪੂਰਨ ਪਤੀ ਵਾਹਿਗੁਰੂ ਪਰਮੇਸ਼ਰ ਜੀ, ਤੁਸੀਂ ਸਾਨੂੰ ਕਦੋਂ ਮਿਲੋਗੇ? ਸਹਜੇ ਸਮਾਈਐ, ਗੋਵਿੰਦ ਪਾਈਐ, ਦੇਹੋ ਸਖੀਏ ਮੋਹੇ ਮਤੇ। ਸਹਜੇ ਸਮਾਈਐ। ਹੇ ਪ੍ਰਭੂ, ਅਸੀਂ ਸਹਿਜ ਦੇ ਵਿੱਚ ਸਮਾ ਗਏ। ਸਹਿਜ ਦਾ ਮਤਲਬ ਸ਼ਾਂਤੀ ਤੇ ਟਿਕਾ ਦੀ ਅਵਸਥਾ।
ਬੜਾ ਔਖਾ ਹੈ ਮਨ ਦਾ ਟਿਕਾ ਹੋਣਾ। ਪਾਤਸ਼ਾਹ ਕਹਿੰਦੇ ਅਸੀਂ ਹੁਣ ਟਿਕਾ ਵਿੱਚ ਵਸ ਗਏ ਹਾਂ, ਸਮਾ ਗਏ ਹਾਂ। ਗੋਬਿੰਦ ਪਾਈਆ, ਅਸੀਂ ਗੋਬਿੰਦ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰਨੀ ਹੈ। ਦੇਹੋ ਸਖੀਏ ਮੋਹਿ ਮਤੇ, ਹੇ ਸਖੀਓ, ਹੇ ਰੱਬ ਦੇ ਪਿਆਰਿਓ, ਸਾਨੂੰ ਇਹੋ ਜੀ ਮਤ ਦਿਓ ਜਿਸ ਮਤ ਨੂੰ ਧਾਰਨ ਕਰਕੇ ਅਸੀਂ ਗੋਬਿੰਦ ਦੇ ਸਰੂਪ ਵਿੱਚ ਸਮਾ ਜਾਈਏ। ਸਾਨੂੰ ਉਸ ਗੋਬਿੰਦ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੋ ਜਾਵੇ। ਦਿਨ ਰੈਣ ਠਾਡੀ ਕਰੋ ਸੇਵਾ, ਪ੍ਰਭ ਕਵਨ ਜੁਗਤੀ ਪਾਇਆ। हे ਸੰਤ ਜਨੋ, ਜੇ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਪਰਮੇਸ਼ਰ ਕਿਵੇਂ ਮਿਲਦਾ ਹੈ, ਕਿਸ ਜੁਗਤੀ ਨਾਲ ਪ੍ਰਾਪਤ ਹੁੰਦਾ ਹੈ, ਤਾਂ ਉਹਦੇ ਬਦਲੇ ਵਿੱਚ ਦਿਨ ਰਾਤ ਮੈਂ ਤੁਹਾਡੇ ਦਰਾਂ ਮੂਹਰੇ ਖਲੋ ਕੇ ਸੇਵਾ ਕਰਾਂ। ਦਿਨ ਰਹਿਣ ਠਾਢੀ ਦਾ ਮਤਲਬ ਹੁੰਦਾ ਖਲੋ ਕੇ, ਰਾਤ ਦਿਨ ਤੁਹਾਡੇ ਦਰਾਂ ਤੇ ਤੁਹਾਡੀ ਸੇਵਾ ਕਰਾਂ। ਜੇ ਤੁਸੀਂ ਦੱਸ ਦਿਓ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਸ ਜੁਗਤੀ ਨਾਲ ਪ੍ਰਾਪਤ ਹੁੰਦਾ ਹੈ, ਉਹਦੇ ਸਰੂਪ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਜੇ ਇਹ ਦੱਸ ਦਿਓ ਤਾਂ ਮੈਂ ਰਾਤ ਦਿਨ ਤੁਹਾਡੇ ਚਰਨਾਂ ਵਿੱਚ ਤੁਹਾਡੇ ਹਾਜ਼ਰ ਹੋ ਕੇ ਖਲੋ ਕੇ ਤੁਹਾਡੀ ਸੇਵਾ ਕਰਾਂ। ਬਿਨਵੰਤ ਨਾਨਕ ਕਰੋ ਕਿਰਪਾ, ਲੈਹੋ ਮੋਹਿ ਲੜ ਲਾਇਆ। ਫਿਰ ਉਹ ਮਹਾਤਮਾ ਦੱਸਦੇ ਨੇ, ਉਹ ਕਹਿੰਦੇ ਅਰਦਾਸਾਂ ਕਰੋ ਪਰਮੇਸ਼ਰ ਅੱਗੇ, ਅਕਾਲ ਪੁਰਖ ਅੱਗੇ ਜੋਦੜੀਆਂ ਕਰੋ, ਬੇਨਤੀਆਂ ਕਰੋ। ਤੇ ਕੀ ਬੇਨਤੀ ਕਰਨੀ ਹੈ? ਕਹਿੰਦੇ ਇਸ ਤਰ੍ਹਾਂ ਬੇਨਤੀ ਕਰੋ ਕਿ ਹੇ ਅਕਾਲ ਪੁਰਖ, ਸਾਡੇ ਤੇ ਕਿਰਪਾ ਕਰਕੇ ਸਾਨੂੰ ਆਪਣਾ ਆਸਰਾ ਬਖਸ਼ ਦਿਓ। ਕਰ ਕਿਰਪਾ ਲੈਹੋ ਮੋਹਿ ਲੜ ਲਾਇਆ, ਬਿਨਵੰਤ ਨਾਨਕ ਕਰੋ ਕਿਰਪਾ ਲੈਹੋ ਮੋਹਿ ਲੜ ਲਾਇਆ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਮੈਂ ਬੇਨਤੀ ਕਰਦਾ ਹਾਂ, ਹੇ ਪ੍ਰਭੂ ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣਾ ਆਸਰਾ ਬਖਸ਼ ਦਿਓ, ਮੈਨੂੰ ਆਪਣਾ ਪੱਲਾ ਬਖਸ਼ ਦਿਓ, ਆਪਣੇ ਪੱਲੇ ਨਾਲ ਮੈਨੂੰ ਜੋੜ ਲਵੋ। ਭਇਆ ਸਮਾਹੜਾ ਹਰ ਰਤਨ ਵਿਸਾਹਾ ਰਾਮ। ਕਹਿੰਦੇ ਜਦੋਂ ਹਰੀ ਦੇ ਨਾਮ ਰੂਪੀ ਰਤਨ ਨੂੰ ਵਿਹਾਜਿਆ, ਵਿਸਾਹਾ ਦਾ ਮਤਲਬ ਹੁੰਦਾ ਵਿਹਾਜਣਾ। ਜਦੋਂ ਹਰੀ ਦੇ ਨਾਮ ਰੂਪੀ ਰਤਨ ਨੂੰ ਮੈਂ ਵਿਸਾਹਾ ਵਿਹਾਜਿਆ, ਭਇਆ ਸਮਾਹੜਾ। ਸਮਾਹੜਾ ਦਾ ਅਰਥ ਹੁੰਦਾ ਆਨੰਦ। ਕਹਿੰਦੇ ਹਿਰਦੇ 'ਚ ਆਨੰਦ ਵਰਤ ਗਿਆ, ਹਿਰਦੇ ਨੂੰ ਆਨੰਦ ਦੀ ਪ੍ਰਾਪਤੀ ਹੋ ਗਈ ਜਦੋਂ ਆਪਣੇ ਪ੍ਰਭੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਮੈਂ ਵਿਹਾਜਿਆ, ਇਕੱਤਰ ਕੀਤਾ। ਖੋਜੀ ਖੋਜ ਲੱਧਾ ਹਰ ਸੰਤਨ ਪਾਹਾ ਰਾਮ। ਇਹ ਭਾਈ ਜਿਹੜੇ ਹਰੀ ਦੇ ਸੰਤ ਨੇ ਉਹ ਖੋਜੀ ਨੇ, ਉਹ ਪਰਮੇਸ਼ਰ ਦੇ ਸਰੂਪ ਨੂੰ ਖੋਜਦੇ ਨੇ। ਇਹੋ ਜਿਹੇ ਜਿਹੜੇ ਰੱਬ ਦੇ ਪਿਆਰੇ ਖੋਜੀ ਨੇ, ਉਹਨਾਂ ਦੀ ਸੰਗਤ ਵਿੱਚ ਜਾ ਕੇ ਅਸੀਂ ਹਰੀ ਪ੍ਰਭੂ ਦਾ ਖੋਜ ਲੱਭੈ। ਖੋਜ ਦਾ ਮਤਲਬ ਹੁੰਦਾ ਵੀ ਰਾਹ ਲੱਭੈ, ਪਰਮਾਤਮਾ ਦੇ ਘਰ ਨੂੰ ਜਾਣ ਵਾਸਤੇ ਰਸਤਾ ਲੱਭਿਆ। ਉਹ ਕਿੱਥੋਂ ਲੱਭਿਆ? ਰੱਬ ਦੇ ਪਿਆਰੇ ਮਹਾਂਪੁਰਸ਼ਾਂ ਸਾਧੂਆਂ ਦੀ ਸੰਗਤ ਵਿੱਚੋਂ ਲੱਭਾ ਹੈ। ਪਾਤਸ਼ਾਹ ਦੇ ਬਚਨ ਨੇ ਸਾਧੂ ਬਿਨ ਨਾਹੀ ਦਰਬਾਰ। ਪਰਮੇਸ਼ਰ ਦੇ ਦਰਬਾਰ ਦੇ, ਇੱਕ ਅਕਾਲ ਪੁਰਖ ਦੇ ਦਰਬਾਰ ਦੀ ਸੋਝੀ ਸਾਧੂ ਦੀ ਸੰਗਤ ਤੋਂ ਬਿਨਾਂ ਨਹੀਂ ਹੁੰਦੀ। ਇਸ ਕਰਕੇ ਸਾਧੂ ਜਨਾਂ ਦੀ ਸੰਗਤ ਅਤੀ ਜ਼ਰੂਰੀ ਹੈ। ਤੋ ਪਾਤਸ਼ਾਹ ਕਹਿੰਦੇ ਰੱਬ ਦੇ ਪਿਆਰੇ ਮਹਾਂਪੁਰਸ਼ਾਂ ਸਾਧੂਆਂ ਦੀ ਸੰਗਤ ਵਿੱਚ ਜਾ ਕੇ ਅਸੀਂ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਘਰ ਦਾ ਖੋਜ ਲੱਭ ਲਿਆ। ਅਕਾਲ ਪੁਰਖ ਦੇ ਘਰ ਦਾ ਰਸਤਾ ਸਾਨੂੰ ਪ੍ਰਾਪਤ ਹੋ ਗਿਆ ਹੈ। ਮਿਲੇ ਸੰਤ ਪਿਆਰੇ ਦਇਆ ਧਾਰੇ, ਕਥਾ ਅਕਥ ਵਿਚਾਰੋ। ਸਾਨੂੰ ਰੱਬ ਦੇ ਪਿਆਰੇ ਸੰਤ ਜਨ ਮਿਲ ਗਏ ਹਨ। ਮਿਲੇ ਸੰਤ ਪਿਆਰੇ, ਰੱਬ ਦੇ ਪਿਆਰੇ ਸੰਤ ਜਨ ਮਿਲੇ ਨੇ। ਦਇਆ ਧਾਰ ਕੇ ਉਹਨਾਂ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਸੰਤ ਜਨਾਂ ਨੇ, ਕਿ ਸਾਨੂੰ ਅਕਥ ਪ੍ਰਭੂ ਪਰਮੇਸ਼ਰ ਦੀ ਕਥਾ ਸਰਵਣ ਕਰਵਾਈ। ਕਥਾ ਅਕਥ ਵਿਚਾਰੋ। ਜਿਹੜਾ ਅਕਥ ਪਰਮੇਸ਼ਰ ਹੈ,
ਉਹਦੀ ਵਿਚਾਰ ਨੂੰ ਕਥਨ ਕੀਤਾ ਸੰਤ ਜਨਾਂ ਨੇ ਸਾਡੇ ਤੇ ਦਇਆ ਧਾਰ ਕੇ, ਉਹ ਸਾਡੇ ਤੇ ਕਿਰਪਾ ਕਰਕੇ ਪਰਮੇਸ਼ਰ ਦੀ ਵਿਚਾਰ ਸਾਨੂੰ ਸਰਵਣ ਕਰਵਾਈ। ਇਕ ਚਿੱਤ ਇਕ ਮਨ ਧਿਆਏ ਸੁਆਮੀ, ਲਾਏ ਪ੍ਰੀਤ ਪਿਆਰੋ। ਇੱਕ ਮਨ ਤੇ ਇੱਕ ਚਿੱਤ ਹੋ ਕੇ ਰੱਬ ਦੇ ਪਿਆਰੇ ਆਪਣੇ ਸੁਆਮੀ ਪਰਮੇਸ਼ਰ ਨੂੰ ਧਿਆਉਂਦੇ ਹਨ। ਉਹਨਾਂ ਦੇ ਹਿਰਦਿਆਂ ਵਿੱਚ ਅਕਾਲ ਪੁਰਖ ਨਿਰੰਕਾਰ ਪਰਮੇਸ਼ਰ ਨੇ ਆਪਣੀ ਪ੍ਰੀਤ ਲਾਈ ਹੈ, ਆਪਣਾ ਪ੍ਰੇਮ ਲਾਇਆ ਹੈ। ਕਰ ਜੋੜ ਪ੍ਰਭ ਪਹਿ ਕਰ ਬੇਨੰਤੀ, ਮਿਲੈ ਹਰ ਜਸ ਲਾਹ। ਪਾਤਸ਼ਾਹ ਕਹਿੰਦੇ ਹੱਥ ਜੋੜ ਕੇ ਆਪਣੇ ਪ੍ਰਭੂ ਦੇ ਚਰਨਾਂ ਵਿੱਚ ਬੇਨਤੀ ਕਰ। ਕਰ ਜੋੜ ਪ੍ਰਭ ਪਹਿ ਕਰ ਬੇਨੰਤੀ, ਹੱਥ ਜੋੜ ਕੇ ਆਪਣੇ ਪ੍ਰਭੂ ਅੱਗੇ ਬੇਨਤੀ ਕਰੋ। ਕੀ ਬੇਨਤੀ ਕਰੋ? ਮਿਲੈ ਹਰ ਜਸ ਲਾਹਾ। ਮਹਾਰਾਜ ਜੀ ਸਾਨੂੰ ਤੁਹਾਡੇ ਨਾਮ ਦਾ ਜਸ, ਹਰੀ ਦੇ ਜਸ ਦਾ ਲਾਹਾ ਪ੍ਰਾਪਤ ਹੋਵੇ। ਇਹ ਲਾਭ, ਹਰੀ ਜਸ ਦਾ ਲਾਭ, ਹਰੀ ਮਹਿਮਾ ਦਾ ਲਾਭ, ਹਰੀ ਕਥਾ ਦਾ ਲਾਭ, ਹਰੀ ਕੀਰਤਨ ਦਾ ਲਾਭ ਮਹਾਰਾਜ ਜੀ ਇਹ ਸਾਨੂੰ ਪ੍ਰਾਪਤ ਹੋਵੇ। ਇਹ ਕਿਰਪਾ ਸਾਡੇ ਤੇ ਕਰੋ। ਇਹ ਦਾਨ ਮਹਾਰਾਜ ਜੀ ਤੁਹਾਡੇ ਚਰਨਾਂ 'ਚੋਂ ਹੱਥ ਜੋੜ ਕੇ ਅਸੀਂ ਮੰਗਦੇ ਹਾਂ। ਬਿਨਵੰਤ ਨਾਨਕ ਦਾਸ ਤੇਰਾ, ਮੇਰਾ ਪ੍ਰਭ ਅਗਮ ਅਥਾਹ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਹੇ ਪ੍ਰਭੂ ਮੈਂ ਤੇਰਾ ਦਾਸ ਹਾਂ, ਤੂੰ ਮੇਰਾ ਪ੍ਰਭੂ ਅਗੰਮ ਅਪਹੁੰਚ ਹੈ। ਅਗੰਮ ਜਿਹਦੇ ਤੱਕ ਗਮਤਾ ਨਾ ਹੋਵੇ, ਅਥਾਹ ਜਿਹਦੀ ਕੋਈ ਥਾਂ ਨਾ ਹੋਵੇ। ਹੇ ਪ੍ਰਭੂ ਤੂੰ ਮੇਰਾ ਮਾਲਕ ਹੈ, ਮੇਰਾ ਸੁਆਮੀ ਹੈ, ਔਰ ਮੈਂ ਤੇਰੇ ਚਰਨਾਂ ਦਾ ਦਾਸ ਹਾਂ, ਸੇਵਕ ਹਾਂ। ਸਾਹਾ ਅਟਲ ਗਣਿਆ, ਪੂਰਨ ਸੰਜੋਗੋ ਰਾਮ। ਇਹ ਭਾਈ ਜਿਵੇਂ ਸਾਹੇ ਦੀ ਤਰੀਕ ਰੱਖੀ ਜਾਂਦੀ ਹੈ ਨਾ, ਲੜਕੀ ਲੜਕੇ ਦੇ ਵਿਆਹ ਵਾਸਤੇ ਤਰੀਕ ਮਿਥੀ ਜਾਂਦੀ ਹੈ ਸਾਹੇ ਦੀ। ਕਹਿੰਦੇ ਸਾਧ ਸੰਗਤ ਵਿੱਚ ਆ ਕੇ ਜੁੜ ਕੇ ਬੈਠਣਾ ਇਹ ਅਟਲ ਸਾਹ ਹੈ, ਯਾਨੀ ਕਿ ਪ੍ਰਭੂ ਦੇ ਮਿਲਾਪ ਦਾ ਅਟਲ ਸਾਧਨ ਹੈ ਕਿ ਜਿਹਨੂੰ ਕਿਤੇ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੋਈ, ਉਹਨਾਂ ਨੂੰ ਸਾਧ ਸੰਗਤ ਵਿੱਚ ਆ ਕੇ ਪ੍ਰਭੂ ਦੇ ਸਰੂਪ ਦਾ ਅਨੁਭਵ ਹੋਣ ਲੱਗ ਪੈਂਦਾ। ਸਾਧ ਸੰਗਤ ਵਿੱਚ ਆਈਏ ਤੇ ਸਾਧ ਸੰਗਤ ਵਿੱਚ ਅਟਲ ਸਾਹਾ ਗਣਿਆ ਜਾਂਦਾ ਹੈ, ਔਰ ਇਹਦੇ ਪੂਰਨ ਸੰਜੋਗ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਨਾਲ ਬਣ ਜਾਂਦੇ ਹਨ। ਸੁਖ ਹੈ ਸਮੂਹ ਪਿਆ, ਗਿਆ ਵਿਜੋਗੋ ਰਾਮ। ਕਹਿੰਦੇ ਹੁਣ ਤਾਂ ਸੁੱਖਾਂ ਦਾ ਸਮੁਦਾਇ ਆਣ ਪਿਆ, ਭਾਵ ਸੋਖੀ ਸੋਖ ਆਨੰਦੀ ਆਨੰਦ, ਖੇੜਾ ਹੀ ਖੇੜਾ ਹੋ ਗਿਆ। ਜਿੰਨੇ ਵਿਜੋਗ ਸਨ, ਵਿਛੋੜੇ ਸਨ, ਉਹ ਸਾਰੇ ਵਿਜੋਗ ਵਿਛੋੜੇ ਸਾਡੇ ਹਿਰਦੇ ਚੋਂ ਚਲੇ ਗਏ ਹਨ। ਮਿਲ ਸੰਤ ਆਏ ਪ੍ਰਭ ਧਿਆਏ, ਬਣੇ ਅਚਰਜ ਜਾਨੀਆਂ। ਕਹਿੰਦੇ ਸੰਤ ਜਨ ਮਿਲ ਕੇ ਆਏ, ਜਿਨ੍ਹਾਂ ਨਾਲ ਮਿਲ ਕੇ ਅਸੀਂ ਪ੍ਰਭੂ ਨੂੰ ਧਿਆਇਆ। ਆਹ ਕਹਿੰਦੇ ਕੈਸੇ ਅਚਰਜ ਜਾਂਜੀ ਆਏ ਨੇ। ਰੱਬ ਦੇ ਪਿਆਰੇ ਸੰਤ ਜਨ ਜਾਂਜੀ ਬਣ ਕੇ ਆਏ। ਪ੍ਰਮਾਤਮਾ ਲਾੜਾ ਹੈ ਔਰ ਮੈਂ ਉਹਦੀ ਲਾੜੀ ਜੀਵ ਰੂਪੀ ਇਸਤਰੀ ਹਾਂ। ਮੈਨੂੰ ਵਰਨ ਲਈ ਪ੍ਰਣਾਉਣ ਲਈ ਪ੍ਰਮਾਤਮਾ ਆਇਆ ਤੇ ਉਹਦੇ ਨਾਲ ਆਏ ਨੇ ਜਾਂਜੀ ਸੰਤ ਜਨ। ਤੋ ਸੰਤ ਜਨ ਅਚਰਜ ਜਾਂਜੀ ਬਣ ਕੇ ਆਏ ਹਨ। ਮਿਲ ਇਕੱਤਰ ਹੋਏ ਸਹਿਜ ਟੋਏ, ਮਨ ਪ੍ਰੀਤ ਉਪਜੀ ਮਾਂਜੀਆ। ਜਦੋਂ ਸੰਤ ਜਨ ਜਾਂਜੀ ਬਣ ਕੇ ਆਏ ਤੇ ਇਧਰੋਂ ਮਾਂਜੀ ਵੀ ਮਿਲੇ। ਮਾਂਜੀ ਕਹਿੰਦੇ ਧੇਤਿਆਂ ਨੂੰ, ਜਾਂਜੀ ਕਹਿੰਦੇ ਲੜਕੇ ਵਾਲਿਆਂ ਨੂੰ, ਮਾਂਜੀ ਕਹਿੰਦੇ ਲੜਕੀ ਵਾਲਿਆਂ ਨੂੰ। ਕਹਿੰਦੇ ਇਧਰੋਂ ਫਿਰ ਜਿਹੜੇ ਮਾਂਜੀ ਸਨ ਉਹ ਵੀ ਮਿਲੇ, ਧੇਤੇ ਮਿਲੇ, ਇਕੱਤਰ ਹੋਏ। ਉਹਨਾਂ ਅੰਦਰ ਵੀ ਸਹਿਜ ਤੇ ਆਨੰਦ ਬਣਿਆ। ਮਾਂਜੀਆਂ ਅੰਦਰ ਵੀ ਚਾਅ ਪੈਦਾ ਹੋਇਆ ਕਿ ਅਸੀਂ ਵੀ ਉਸ ਪਤੀ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰੀ। ਮਾਂਜੀ ਕੌਣ ਨੇ? ਜਗਿਆਸੂ। ਸੰਤ ਜਨ ਨੇ ਜਾਂਜੀ, ਉਹਨਾਂ ਦੀ ਸੰਗਤ ਕੀਤੀ ਜਗਿਆਸੂਆਂ ਨੇ, ਜਿਨ੍ਹਾਂ ਅੰਦਰ ਪ੍ਰਭੂ ਮਿਲਣ ਦੀ ਤਾਂਘ ਸੀ।
ਜਦੋਂ ਜਗਿਆਸੂਆਂ ਨੇ ਸੰਤ ਜਨਾਂ ਦੀ ਸੰਗਤ ਕੀਤੀ ਤੇ ਜਗਿਆਸੂਆਂ ਦੇ ਹਿਰਦਿਆਂ 'ਚ ਵੀ ਚਾਅ ਪੈਦਾ ਹੋਇਆ ਕਿ ਸਾਨੂੰ ਵੀ ਉਹ ਪ੍ਰਭੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੋਵੇ। ਉਹਨਾਂ ਅੰਦਰ ਵੀ ਚਾਅ ਪੈਦਾ ਹੋਇਆ ਕਿ ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ, ਕਿ ਸਾਨੂੰ ਉਹ ਪ੍ਰਭੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਦੋਂ ਹੋਵੇ। ਮਿਲ ਜੋਤ ਜੋਤੀ ਓਤ ਪੋਤੀ, ਹਰ ਨਾਮ ਸਭ ਰਸ ਭੋਗੋ। ਹਰੀ ਦੇ ਨਾਮ ਵਿੱਚ ਸਾਰੀ ਰਸ ਨੇ। ਜਿਨ੍ਹਾਂ ਨੇ ਹਰੀ ਦੇ ਨਾਮ ਦੀ ਆਰਾਧਨਾ ਕੀਤੀ ਉਹਨਾਂ ਨੇ ਸੰਸਾਰ ਦੇ ਸਾਰੇ ਰਸ ਭੋਗ ਲਏ। ਤੇ ਹਰੀ ਨਾਮ ਰਸ ਨੂੰ ਭੋਗਣੇ ਵਾਲੇ ਉਹਨਾਂ ਦੀ ਜੋਤ ਉਸ ਜੋਤੀ ਸਰੂਪ ਪਰਮੇਸ਼ਰ ਵਿੱਚ ਇਉਂ ਮਿਲ ਗਈ ਜਿਵੇਂ ਤਾਣਾ ਤੇ ਪੇਟਾ ਮਿਲਿਆ ਹੁੰਦਾ ਨਾ ਜੁਲਾਈ ਦੀ ਖੱਡੀ ਤੇ। ਤਾਣੇ ਪੇਟੇ ਵੱਤ ਉਹਨਾਂ ਦੀ ਜੋਤ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਵਿੱਚ ਮਿਲ ਕੇ ਅਭੇਦ ਹੋ ਗਈ। ਬਿਨਵੰਤ ਨਾਨਕ ਸਭ ਸੰਤ ਮੇਲੀ, ਪ੍ਰਭ ਕਰਨ ਕਾਰਣ ਜੋਗੋ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਜਦੋਂ ਸਾਨੂੰ ਸੰਤ ਜਨਾਂ ਦਾ ਮੇਲ ਪ੍ਰਾਪਤ ਹੋਇਆ ਤਾਂ ਉਹਨਾਂ ਨੇ ਸਾਨੂੰ ਦਰਸਾਇਆ ਕਿ ਉਹ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਕਰਨ ਵਾਲਾ ਹੈ ਔਰ ਸਾਰੇ ਜਗਤ ਦਾ ਕਾਰਨ ਹੈ। ਉਹ ਕਰਨ ਵਾਲਾ ਵੀ ਹੈ ਤੇ ਕਾਰਨ ਯੋਗ ਹੈ। ਪਵਨ ਸੁਹਾਵੜਾ ਧਰਤ ਸੁਭਾਗੀ ਰਾਮ। ਕਹਿੰਦੇ ਜਦੋਂ ਪ੍ਰਭੂ ਪ੍ਰਾਪਤ ਹੋਇਆ ਤੇ ਸਰੀਰ ਰੂਪੀ ਭਵਨ ਸੋਭਦੀਕ ਹੋ ਗਿਆ, ਹਿਰਦੇ ਰੂਪੀ ਧਰਤੀ ਸੁਭਾਗੀ ਹੋ ਗਈ ਜਿੱਥੇ ਆ ਕੇ ਪਰਮੇਸ਼ਰ ਨੇ ਆਪਣਾ ਨਿਵਾਸ ਕੀਤਾ। ਜਦੋਂ ਪ੍ਰਭੂ ਪਤੀ ਹਿਰਦੇ ਰੂਪੀ ਘਰ ਵਿੱਚ ਆਇਆ ਤਾਂ ਬਾਹਰਲਾ ਸਰੀਰ ਰੂਪੀ ਭਵਨ ਇਹ ਵੀ ਸੁਹਾਵੜਾ ਹੋ ਗਿਆ, ਸਫਲ ਹੋ ਗਿਆ ਔਰ ਹਿਰਦੇ ਰੂਪੀ ਧਰਤੀ ਸੁਭਾਗੀ ਹੋ ਗਈ। ਪ੍ਰਭ ਘਰ ਆਇੜਾ ਗੁਰ ਚਰਣੀ ਲਾਗੀ ਰਾਮ। ਪ੍ਰਭੂ ਹਿਰਦੇ ਰੂਪੀ ਘਰ ਵਿੱਚ ਆ ਗਿਆ ਹੈ। ਗੁਰੂ ਦੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਸਾਡੀ ਸੁਰਤ ਲੱਗ ਗਈ ਹੈ, ਸਾਡੀ ਸੁਰਤ ਜੁੜ ਗਈ ਹੈ। ਆ ਗੁਰ ਚਰਨ ਲਾਗੀ ਸਹਿਜ ਜਾਗੀ, ਸਗਲ ਇੱਛਾ ਪੁੰਨੀਆ। ਜਦੋਂ ਗੁਰੂ ਦੇ ਚਰਨਾਂ ਨਾਲ ਸਾਡੀ ਸੁਰਤ ਜੁੜੀ ਤਾਂ ਹਿਰਦੇ ਵਿੱਚ ਸ਼ਾਂਤੀ ਜਾਗ ਪਈ। ਸਹਿਜ ਜਾਗੀ ਦਾ ਮਤਲਬ ਹੁੰਦਾ ਵੀ ਸ਼ਾਂਤੀ ਆ ਗਈ। ਗੁਰੂ ਪਾਤਸ਼ਾਹ ਦੇ ਚਰਨਾਂ ਦੇ ਦਰਸ਼ਨ ਕਰਕੇ ਹਿਰਦੇ ਨੂੰ ਸ਼ਾਂਤੀ ਮਿਲ ਗਈ। ਸਗਲ ਇੱਛਾ ਪੁੰਨੀਆਂ, ਤੇ ਸਾਡੇ ਅੰਦਰ ਦੀਆਂ ਸਾਰੀਆਂ ਇੱਛਾਵਾਂ ਸਤਿਗੁਰੂ ਜੀ ਦੇ ਚਰਨਾਂ ਚੋਂ ਪੂਰਨ ਹੋ ਗਈਆਂ। ਸਾਰੀਆਂ ਕਾਮਨਾਵਾਂ ਸਤਿਗੁਰੂ ਜੀ ਨੇ ਪੂਰਨ ਕਰ ਦਿੱਤੀਆਂ। ਮੇਰੀ ਆਸ ਪੂਰੀ ਸੰਤ ਤੂਰੀ, ਹਰ ਮਿਲੇ ਕੰਤ ਵਿਸ਼ੁੰਨਿਆ। ਮੇਰੀਆਂ ਆਸਾਂ ਪੂਰਨ ਹੋ ਗਈਆਂ ਹਨ। ਰੱਬ ਦੇ ਪਿਆਰੇ ਸੰਤ ਜਨਾਂ ਦੇ ਚਰਨਾਂ ਦੀ ਧੂੜੀ ਦੀ ਬਰਕਤ ਕਰਕੇ ਮੈਂ ਚਿਰਾਂ ਤੋਂ ਵਿਛੜੀ ਹੋਈ ਪ੍ਰਮਾਤਮਾ ਨੂੰ ਜਾ ਮਿਲੀ ਹਾਂ। ਜੋ ਮੈਂ ਚਿਰਾਂ ਤੋਂ ਵਿਛੜੀ ਹੋਈ ਸਾਂ ਉਸ ਕੰਤਪਤੀ ਪ੍ਰਮਾਤਮਾ ਨਾਲ ਮੇਰਾ ਮਿਲਾਪ ਹੋ ਗਿਆ ਹੈ। ਆਨੰਦ ਅਨੰਦਿਨ ਵਜਹਿ ਵਾਜੇ, ਅਹੰ ਮਤ ਮਨ ਕੀ ਤਿਆਗੀ। ਜਦੋਂ ਹਿਰਦੇ ਚੋਂ ਹੰਕਾਰ ਵਾਲੀ ਮਤ ਦਾ ਤਿਆਗ ਕੀਤਾ ਮਨ ਚੋਂ ਤਾਂ ਕਹਿੰਦੇ ਹਿਰਦੇ ਵਿੱਚ ਆਨੰਦ ਦੇ ਵਾਜੇ ਰਾਤ ਦਿਨ 8 ਪਹਿਰ ਵੱਜ ਟੁਰੇ। ਆਨੰਦ ਆਨੰਦਨ ਵਜਹਿ ਵਾਜੇ, ਆਨੰਦ ਦੇ ਵਾਜੇ ਹਿਰਦੇ 'ਚ ਰਾਤ ਦਿਨ ਵੱਜ ਟੁਰੇ, ਯਾਨੀ ਕਿ ਖੇੜਾ ਹੀ ਖੇੜਾ ਪ੍ਰਾਪਤ ਹੋ ਗਿਆ ਜਦੋਂ ਮੈਂ ਆਪਣੇ ਹਿਰਦੇ 'ਚੋਂ ਹੰਕਾਰ ਵਾਲੀ ਮਤ ਦਾ ਤਿਆਗ ਕੀਤਾ। ਬਿਨਵੰਤ ਨਾਨਕ ਸਰਣ ਸੁਆਮੀ, ਸੰਤ ਸੰਗ ਲਿਵ ਲਾਗੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਕਿ ਸੰਤ ਜਨਾਂ ਦੀ ਸੰਗਤ ਕਰਕੇ ਸਾਡੀ ਉਸ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਨਾਲ ਲਿਵ ਲੱਗ ਗਈ ਹੈ ਔਰ ਅਸੀਂ ਉਸ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਦੀ ਸੁਆਮੀ ਦੀ ਸ਼ਰਨ 'ਚ ਪੈ ਗਏ ਹਾਂ। ਉਹਦੀ ਸ਼ਰਨ 'ਚ ਪੈ ਕੇ, ਉਹਦੀ ਪਨਾਹ ਵਿੱਚ ਪੈ ਕੇ ਅਸੀਂ ਉਹਦੇ ਚਰਨਾਂ ਨਾਲ ਆਪਣੀ ਲਿਵ ਲਾ ਲਈ ਹੈ ਔਰ ਇਹ ਸਭ ਕੁਝ ਸਾਨੂੰ ਪ੍ਰਾਪਤ ਹੋਇਆ ਸੰਤ ਜਨਾਂ ਦੀ ਸੰਗਤ ਕਰਕੇ, ਸਾਧੂ ਜਨਾਂ ਦੀ ਸੰਗਤ ਕਰਕੇ। ਸੰਗਤ ਕਾ ਗੁਣ ਬਹੁਤ ਅਧਿਕਾਈ,
ਸੰਗਤ ਦਾ ਬੜਾ ਵੱਡਾ ਗੁਣ ਹੈ। ਜਦੋਂ ਸੰਗਤ ਕਰੀਏ ਤੇ ਸਤ ਸੰਗਤ ਕਰਦਿਆਂ ਹਰੀ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਚਰਨਾਂ ਨਾਲ ਲਿਵ ਲੱਗ ਜਾਂਦੀ ਹੈ, ਸੁਰਤ ਜੁੜ ਜਾਂਦੀ ਹੈ।